ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਇਸ ਵੀਡੀਓ ਦੇ ਵਿੱਚ ਆਪਾਂ ਸੂਰਜ ਮੰਦਰ ਦੀਆਂ ਪੌੜੀਆਂ ਪਾਠ ਪੁਸਤਕ ਦੇ ਵਿੱਚ ਦਰਜ ਤੀਸਰੀ ਵਾਰਤਕ ਰਚਨਾ ਬਾਰੇ ਪੜ੍ਹਦੇ ਹਾਂ, ਸ਼ੀਸ਼ੇ ਤੇ ਚਿਹਰੇ। ਹਾਂਜੀ, ਸ਼ੁਰੂ ਕਰਦੇ ਹਾਂ। ਇਸ ਰਚਨਾ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਸ ਵਿੱਚ ਲੇਖਕ ਲਿਖਦਾ ਹੈ, ਕਹਿੰਦੇ ਮਸ਼ਹੂਰ ਅੰਗਰੇਜ਼ੀ ਕਵੀ ਜੌਨ ਕੀਟਸ, ਮਤਲਬ ਕਿ ਅੰਗਰੇਜ਼ੀ ਦਾ ਪ੍ਰਸਿੱਧ ਕਵੀ ਹੋਇਆ ਜੌਨ ਕੀਟਸ, ਉਸ ਬਾਰੇ ਲਿਖਿਆ। ਕਹਿੰਦੇ 28 ਸਾਲ ਤੋਂ ਦੀ ਉਮਰ ਸੀ ਉਹਦੀ ਜਦੋਂ ਜਹਾਨ ਤੋਂ ਤੁਰ ਗਿਆ ਸੀਗਾ। ਉਹਦੀ ਮੌਤ 'ਤੇ ਉਸ ਦੇ ਸਮਕਾਲੀ ਕਵੀ ਸ਼ੈਲੇ ਨੇ ਮਰਸਰੀਆ ਲਿਖਿਆ। ਮਰਸਰੀਆ ਉਸ ਦੀਆਂ ਪਹਿਲੀਆਂ 2 ਸਤਰਾਂ ਹਨ। ਕਿਸ ਨੇ ਹੱਤਿਆ ਕੀਤੀ ਜੌਨ ਕੀਟਸ ਦੀ? ਮੈਂ ਕੀਤੀ। ਇੱਕ ਤ੍ਰੈਮਾਸਿਕ ਪੱਤਰਿਕਾ ਬੋਲੀ। ਮਤਲਬ ਇਹ ਲਾਈਨਾਂ ਲਿਖੀਆਂ ਨੇ ਕਵੀ ਸ਼ੈਲੇ ਨੇ। ਹੁਣ ਸ਼ੈਲੇ ਦਾ ਕੀ ਕਹਿਣਾ ਸੀਗਾ? ਸ਼ੈਲੇ ਕਹਿੰਦਾ ਸੀ ਕਿ ਜਿਹੜਾ ਕੀਟਸ ਸੀਗਾ ਕਿਸੇ ਬਿਮਾਰੀ ਨਾਲ ਨਹੀਂ ਮਰਿਆ ਸੀ, ਉਸ ਨੂੰ ਇੱਕ ਤ੍ਰੈਮਾਸਿਕ ਪੱਤਰਿਕਾ ਨੇ ਮਾਰਿਆ ਸੀ। ਇਹ ਪੱਤਰਿਕਾ ਦਾ ਨਾਮ ਕੁਆਰਟਰਲੀ ਰਿਵਿਊ ਸੀ। ਇਸ ਵਿੱਚ ਅਕਸਰ ਕੀਟਸ ਦੇ ਖਿਲਾਫ ਲਿਖਿਆ ਜਾਂਦਾ ਸੀ। ਮਤਲਬ ਇੱਕ ਤ੍ਰੈਮਾਸਿਕ ਪੱਤਰ ਜਿਹੜਾ ਛਪਦਾ ਸੀਗਾ ਉਹਦੇ ਵਿੱਚ ਕੀ ਸੀਗਾ, ਕੀਟਸ ਦੇ ਖਿਲਾਫ ਲਿਖਿਆ ਜਾਂਦਾ ਸੀ। ਠੀਕ ਹੈ। ਅਤੇ ਜਦੋਂ ਕੀਟਸ ਦੀ ਲੰਬੀ ਕਵਿਤਾ ਐਂਡ ਡਿਮਾਇਰ ਪ੍ਰਕਾਸ਼ਿਤ ਹੋਈ ਤਾਂ ਇਸ ਪੱਤਰਿਕਾ ਵਿੱਚ ਉਸ ਬਾਰੇ ਬਹੁਤ ਨਿਰਾਦਰ ਅਤੇ ਨਫ਼ਰਤ ਭਰਿਆ ਲੇਖ ਛਪਿਆ। ਸ਼ੈਲੇ ਦਾ ਕਹਿਣਾ ਹੈ ਕਿ ਇਸ ਲੇਖਕ ਨੇ ਕੀਟਸ ਦੇ ਦਿਲ ਨੂੰ ਬਹੁਤ ਡੂੰਘੇ ਘਾਉ ਦਿੱਤੇ ਸਨ। ਇਹ ਘਾਉ ਹੀ ਅੰਤ ਉਸ ਦੀ ਮੌਤ ਦਾ ਕਾਰਨ ਬਣੇ। ਸੋ ਇਸ ਰਚਨਾ ਦੇ ਵਿੱਚ ਲੇਖਕ ਦੱਸਣਾ ਚਾਹੁੰਦਾ ਹੈ ਵੀ ਜਿਹੜਾ ਇੱਕ ਬਹੁਤ ਅੰਗਰੇਜ਼ੀ ਦਾ ਮਸ਼ਹੂਰ ਕਵੀ ਹੋਇਆ ਜੌਨ ਕੀਟਸ, ਉਹ 28 ਸਾਲ ਦੀ ਉਮਰ ਦੇ ਵਿੱਚ ਕਿਉਂ ਮਰ ਗਿਆ ਸੀ ਜਾਂ ਉਹਦੀ ਕਿਉਂ ਡੈਥ ਹੋ ਗਈ ਸੀ, ਜਿਹਦਾ ਕਾਰਨ ਸ਼ੈਲੇ ਨੇ ਲਿਖਿਆ ਵੀ ਉਹਦੀ ਬਿਮਾਰੀ ਦਾ ਕਾਰਨ ਸੀ ਵੀ ਇੱਕ ਤ੍ਰੈਮਾਸਿਕ ਪੱਤਰ ਛਪਦਾ ਸੀ ਜਿਹਦੇ ਵਿੱਚ ਕੀਟਸ ਦੇ ਬਾਰੇ ਬਹੁਤ ਨਿਰਾਦਰ ਕੀਤਾ ਜਾਂਦਾ ਸੀ ਜਾਂ ਨਫ਼ਰਤ ਭਰੇ ਲੇਖ ਛਪੇ ਸੀਗੇ, ਜਿਹਦੇ ਤੋਂ ਅਫੈਕਟ ਹੋ ਕੇ ਉਹਦੀ ਡੈਥ ਹੋ ਗਈ ਸੀਗੀ। ਉਸ ਤੋਂ ਬਾਅਦ ਨੈਕਸਟ ਪੈਰੇ ਦੇ ਵਿੱਚ ਗੱਲ ਹੁੰਦੀ ਹੈ, ਕਹਿੰਦੇ ਜਦੋਂ ਪ੍ਰਸਿੱਧ ਸਮਕਾਲੀ ਕਵੀ ਲਾਰਡ ਬਾਇਰਨ ਨੇ ਸ਼ੈਲੀ ਦਾ ਲਿਖਿਆ ਮਰਸਰੀਆ ਪੜ੍ਹਿਆ ਤਾਂ ਉਸਨੇ ਸ਼ੈਲੀ ਨੂੰ ਅਤੇ ਆਪਣੇ ਹੋਰ ਦੋਸਤਾਂ ਨੂੰ ਖੱਤ ਲਿਖੇ, ਜਿਨ੍ਹਾਂ ਵਿੱਚ ਉਹਨੇ ਆਖਿਆ ਮੈਂ ਤਾਂ ਕਦੀ ਨਾ ਮਰਦਾ। ਮਤਲਬ ਕਿ ਇੱਕ ਹੋਰ ਸਮਕਾਲੀ ਕਵੀ ਹੋਇਆ ਲਾਰਡ ਬਾਇਰਨ, ਉਹਨਾਂ ਨੇ ਫਿਰ ਜਦੋਂ ਸ਼ੈਲੀ ਦਾ ਇਹ ਪੜ੍ਹਿਆ ਜਿਹਦੇ ਵਿੱਚ ਸ਼ੈਲੇ ਨੇ ਲਿਖਿਆ ਹੋਇਆ ਸੀਗਾ ਜੌਨ ਕੀਟਸ ਬਾਰੇ, ਤਾਂ ਉਹਨੇ ਪੜ੍ਹ ਕੇ ਉਹਨਾਂ ਨੂੰ ਅਤੇ ਹੋਰ ਦੋਸਤਾਂ ਨੂੰ ਵੀ ਖੱਤ ਲਿਖੇ ਅਤੇ ਉਹਨਾਂ ਨੇ ਕਿਹਾ, ਲਾਰਡ ਬਾਇਰਨ ਕਹਿੰਦਾ ਮੈਂ ਤਾਂ ਕਦੇ ਨਾ ਮਰਦਾ ਇਹੋ ਜਿਹੀ ਨਿਗੂਣੀ ਗੱਲ ਨਾਲ, ਭਾਵੇਂ ਮੈਂ ਇਹ ਗੱਲ ਆਪਣੇ ਤਜਰਬੇ ਤੋਂ ਜਾਣਦਾ ਹਾਂ ਕਿ ਇਹੋ ਜਿਹੀਆਂ ਗੱਲਾਂ ਕਵੀਆਂ ਨੂੰ ਬਹੁਤ ਦੁੱਖ ਦਿੰਦੀਆਂ। ਜਦੋਂ ਮੇਰੀ ਕਿਤਾਬ ਵੇਲ ਦੀਆਂ ਘੜੀਆਂ ਛਪੀ ਤਾਂ ਉਸ ਬਾਰੇ ਕਿਸੇ ਨੇ ਇਸ ਤੋਂ ਜ਼ਿਆਦਾ ਜ਼ਹਿਰੀਲਾ ਲੇਖ ਲਿਖਿਆ ਸੀ। ਇੱਕ ਵਾਰ ਤਾਂ ਉਸ ਲੇਖ ਨੇ ਮੈਨੂੰ ਭਟਕਾ ਮਾਰਿਆ, ਪਰ ਮੈਂ ਫਿਰ ਉੱਠ ਪਿਆ। ਇਸ ਭੱਜ ਦੌੜ ਦੇ ਮੁਕਾਬਲੇਬਾਜ਼ੀ ਦੀ ਦੁਨੀਆ ਵਿੱਚ ਬੰਦੇ ਨੂੰ ਦਮਖਮ ਰੱਖਣਾ ਚਾਹੀਦਾ, ਖਾਸ ਕਰਕੇ ਸਾਹਿਤ ਦੀ ਦੁਨੀਆ ਵਿੱਚ। ਮੈਂ ਕੀਟਸ ਵਾਂਗ ਆਪਣੀ ਲਹੂ ਦੀ ਨਾੜੀ ਨਹੀਂ ਫਟਣ ਦਿੱਤੀ। ਮੈਂ ਇੱਕ ਕਤਰਾ ਵੀ ਆਪਣੇ ਲਹੂ ਦਾ ਨਹੀਂ ਡੁੱਲਣ ਦਿੱਤਾ। ਮੈਂ ਤਾਂ ਰੈੱਡ ਵਾਈਨ ਦੀਆਂ 3 ਬੋਤਲਾਂ ਪੀਤੀਆਂ। ਬਾਈਬਨ ਨੇ ਆਪਣੀ ਇੱਕ ਕਿਤਾਬ ਵਿੱਚ ਵੀ ਕੀਟਸ ਦੀ ਮੌਤ ਦਾ ਜ਼ਿਕਰ ਕੀਤਾ। ਮਤਲਬ ਇਹਦੇ ਵਿੱਚ ਜਿਹੜਾ ਲਾਰਡ ਬਾਇਰਨ ਆ ਉਹ ਕਹਿਣਾ ਚਾਹੁੰਦਾ ਹੈ, ਕਹਿੰਦਾ ਵੀ ਮਤਲਬ ਬਹੁਤ ਦੁੱਖ ਹੁੰਦਾ ਜਦੋਂ ਕਿਸੇ ਕਵੀ ਬਾਰੇ ਕੋਈ ਹੋਰ ਗਲਤ ਵਿਊ ਦਿੰਦਾ ਜਾਂ ਗਲਤ ਲੇਖ ਲਿਖਦਾ ਤਾਂ ਉਹ ਬਹੁਤ ਦੁਖੀ ਹੁੰਦੇ ਆ, ਕਿਉਂਕਿ ਹਰ ਇੱਕ ਲੇਖਕ ਨੂੰ ਇੱਕ ਹੁੰਗਾਰਾ ਚਾਹੀਦਾ ਹੁੰਦਾ, ਇੱਕ ਉਤਸ਼ਾਹ ਚਾਹੀਦਾ ਹੁੰਦਾ। ਪਰ ਉਹ ਕਹਿੰਦੇ ਵੀ ਚਲੋ ਇਹ ਗੱਲ ਬਹੁਤ ਮਾੜੀ ਹੈ, ਪਰ ਕਹਿੰਦਾ ਫਿਰ ਵੀ ਜੇ ਮੇਰੇ ਨਾਲ ਵੀ ਇਹ ਚੀਜ਼ਾਂ ਉਹਦੇ ਨਾਲੋਂ ਵੀ ਵੱਧ ਵਾਪਰੀਆਂ ਬਾਇਰਨ ਨਾਲ, ਕਹਿੰਦਾ ਮੇਰੇ ਬਾਰੇ ਵੀ ਬਹੁਤ ਇਹੋ ਜਿਹੇ ਆਰਟੀਕਲ ਛਪੇ ਪਰ ਮੈਂ ਉਸ ਨਾਲ ਮਰਿਆ ਨਹੀਂ ਗਾ, ਮੈਂ ਉਸ ਚੀਜ਼ ਨਾਲ ਲੜਿਆ। ਤਾਂ ਉਹ ਫਿਰ ਆਪਦੀ ਇੱਕ ਕਵਿਤਾ ਦੇ ਵਿੱਚ ਕੀਟਸ ਦੀ ਮੌਤ ਦਾ ਜ਼ਿਕਰ ਕਰਦਾ ਬਾਇਰਨ। ਕਹਿੰਦਾ ਹੈਰਾਨੀ ਦੀ ਗੱਲ ਹੈ ਕਿ ਕੀਟਸ ਵਰਗੀ ਅੱਗ ਕਿਸੇ ਦੇ 4 ਲਫ਼ਜ਼ਾਂ ਨਾਲ ਆਪਣੇ ਆਪ ਨੂੰ ਬੁਝ ਜਾਣ ਦੇਵੇ। ਤੂੰ ਤਾਂ ਨਹੀਂ ਮਰੇਂਗਾ ਕਿਸੇ ਇਹੋ ਜਿਹੇ ਲੇਖ ਨਾਲ, ਮੈਨੂੰ ਮੇਰੇ ਦੋਸਤ ਸੁਰਜੀਤ ਮਾਨ ਨੇ ਪੁੱਛਦਾ ਹੈ। ਮਤਲਬ ਇੱਥੋਂ ਕਹਿੰਦਾ ਹੈ ਵੀ ਬਹੁਤ ਹੈਰਾਨੀ ਦੀ ਗੱਲ ਹੈ ਵੀ ਕਿ ਕੀਟਸ ਵਰਗੀ ਅੱਗ ਕਿਸੇ ਦੇ 4 ਲਫ਼ਜ਼ਾਂ ਨਾਲ ਆਪਣੇ ਆਪ ਨੂੰ ਬੁਝ ਜਾਣ ਦੇਵੇ। ਵੀ ਇੰਨਾ ਵੱਡਾ ਜਿਹੜਾ ਉਹ ਕਵੀ ਸੀਗਾ ਅਤੇ ਉਹ ਕਿਸੇ ਦੇ ਲਿਖੇ ਸ਼ਬਦਾਂ ਨਾਲ ਕੀ ਆਪਦੇ ਆਪ ਨਾਲ ਬੁਝ ਜਾਣ ਦੇਵੇ। ਤੂੰ ਤਾਂ ਨਹੀਂ ਮਰੇਂਗਾ ਕਿਸੇ ਇਹੋ ਜਿਹੇ ਲੇਖ ਨਾਲ, ਮੈਨੂੰ ਮੇਰਾ ਦੋਸਤ ਸੁਰਜੀਤ ਮਾਨ ਨੇ ਪੁੱਛਦਾ ਹੈ। ਹਾਂਜੀ, ਉਸ ਤੋਂ ਬਾਅਦ ਲਿਖਦੇ ਹੈ, ਉਹ ਕਹਿੰਦਾ ਮੈਂ ਜੇ ਮਰਨਾ ਹੁੰਦਾ ਹੁਣ ਤੱਕ ਕਈ ਵਾਰ ਮਰ ਜਾਂਦਾ, ਕਈ ਵਾਰ ਮਰਿਆ ਵੀ ਹਾਂ।
ਮੈਂ ਜੇ ਮਰਨਾ ਹੁੰਦਾ ਹੁਣ ਤੱਕ ਕਈ ਵਾਰ ਮਰ ਜਾਂਦਾ, ਕਈ ਵਾਰ ਮਰਿਆ ਵੀ ਹਾਂ, ਪਰ ਫਿਰ ਵੀ ਪੀਂਦਾ ਹਾਂ, ਪਰ ਫਿਰ ਵੀ ਪੈਂਦਾ ਹਾਂ। ਮੈਨੂੰ ਟੁਕੜੇ ਟੁਕੜੇ ਹੋਏ ਨੂੰ ਕਈ ਗਿਆਨ ਦਾ ਗੋਰਖਨਾਥ ਕਿਸੇ ਵਾਕ ਦੀ ਲਾਜ ਲਮਕਾ ਕੇ ਖੂਹ ਵਿੱਚੋਂ ਬਾਹਰ ਕੱਢ ਲੈਂਦਾ ਹੈ। ਮੈਂ ਉਸ ਨੂੰ ਕਿਹਾ, ਮੇਰਾ ਇੱਕ ਸ਼ੇਰ ਹੈ, ਜ਼ਹਿਰ ਤੇਰੀ ਤਾਂ ਮੈਂ ਹਜ਼ਮ ਵੀ ਕਰ ਲਈ, ਤੇਰੀ ਨਫ਼ਰਤ ਤਾਂ ਮੈਂ ਨਜ਼ਮ ਵੀ ਕਰ ਲਈ, ਤੂੰ ਜੋ ਬਖਸ਼ੇ ਸੀ ਉਹ ਜ਼ਖਮ ਫੁੱਲ ਬਣ ਗਏ, ਮੈਂ ਤੁਕਾਂ ਵਿੱਚ ਉਹਨਾਂ ਨੂੰ ਪਰੋ ਵੀ ਲਿਆ। ਮੈਂ ਆਪਣੇ ਮਨ ਦੇ ਸੰਤਾਪ ਨੂੰ ਊਰਜਾ ਵਿੱਚ ਬਦਲ ਲੈਂਦਾ ਹਾਂ, ਜਿਵੇਂ ਅੱਗ ਅਤੇ ਭਾਫ਼ ਨੂੰ ਬਦਲਦੇ। ਮੈਂ ਆਪਣੀ ਕਵਿਤਾ ਨੂੰ ਵਧੀਆ ਸਾਬਤ ਕਰਨ ਦੀ ਕੋਸ਼ਿਸ਼ ਕਰਨ ਦੀ ਥਾਂ 'ਤੇ ਕੁਝ ਵਧੀਆ ਪੜ੍ਹਨ ਲੱਗਦਾ ਹਾਂ। ਜਦੋਂ ਲਾਈਮ ਲਾਈਟ ਵਿੱਚ ਨਾ ਰਹੋ, ਕਿਸੇ ਕੋਨੇ ਵਿੱਚ ਲਾਈਟ ਬਾਲ ਕੇ ਕੁਝ ਸੋਹਣਾ ਪੜ੍ਹੋ, ਲਿਖੋ। ਕਵਿਤਾ ਦੇ ਕਾਜ਼ੀਆਂ ਇਹੋ ਜਿਹੇ ਆਲੋਚਕਾਂ ਬਾਰੇ ਮੈਂ ਇਹ ਵੀ ਲਿਖਿਆ, ਕਿੰਨੀ ਨੇ ਔਕਾਤ ਦੇ ਮਾਲਕ, ਕਿਸ ਸ਼ਿੱਦਤ ਜਜ਼ਬਾਤ ਦੇ ਮਾਲਕ, ਪਾਰਖੂਆਂ ਵੀ ਪਰਖੇ ਜਾਣਾ, ਤੇਰੀ ਗਜ਼ਲ ਨੂੰ ਪਰਖਣ ਲੱਗਿਆ। ਉਂਝ ਸੱਚ ਦੱਸਾਂ, ਇਹੋ ਜਿਹੇ ਸਵਾਲ ਮੇਰੇ ਅੰਦਰ ਪੂਰਾ ਇੱਕ ਨਾਟਕ ਚੱਲਦਾ ਹੈ। ਮੇਰਾ ਇੱਕ ਸ਼ੇਰ ਹੈ, ਮੰਚ ਨਾਟਕ ਕਦੀ ਕਦੀ ਹੋਵੇ, ਮੰਚ ਨਾਟਕ ਹਮੇਸ਼ ਚੱਲਦਾ ਹੈ। ਜਦੋਂ ਕਿਸੇ ਦੇ ਮੂੰਹੋਂ ਆਪਣੇ ਖਿਲਾਫ ਕੋਈ ਬੋਲ ਸੁਣਦਾ ਹਾਂ ਜਾਂ ਲਿਖਿਆ ਹੋਇਆ ਪੜ੍ਹਦਾ ਹਾਂ ਤਾਂ ਅੰਦਰਲੇ ਅੰਦਰ ਤੜਫਦਾ ਹਾਂ, ਵਿਸ਼ ਘੋਲਦਾ ਹਾਂ, ਗੁਰਾਉਂਦਾ ਹਾਂ, ਘੁਰਕਦਾ ਹਾਂ, ਝੰਗਾੜਦਾ ਹਾਂ, ਹੂੰਗਦਾ ਹਾਂ, ਕਰਲਾਉਂਦਾ ਹਾਂ, ਜਾਨੀ ਕਈ ਜੂਨਾਂ ਪਲਟਦਾ ਹਾਂ, ਲਿਖਣ ਵਾਲੇ ਨਾਲ ਖਫਾ ਹੋ ਜਾਂਦਾ ਹਾਂ। ਪਰ ਜਲਦੀ ਹੀ ਮੈਨੂੰ ਇੱਕ ਨਿਦਾ ਫਾਸਲੀ ਦਾ ਸ਼ੇਰ ਯਾਦ ਆ ਜਾਂਦਾ ਹੈ, ਆਪਣਾ ਚਿਹਰਾ ਨਾ ਬਦਲਾ ਗਿਆ, ਆਇਨੇ ਸੇ ਖਫਾ ਹੋ ਗਈ। ਸੋਚਦਾ ਹਾਂ ਮੈਂ ਮਨਾ, ਤੇਰੇ ਖਿਲਾਫ ਲਿਖਣ ਵਾਲਾ ਤਾਂ ਆਇਨਾ ਹੈ, ਉਸਨੇ ਤੈਨੂੰ ਤੇਰਾ ਬਦਸੂਰਤ ਚਿਹਰਾ ਦਿਖਾਇਆ ਤਾਂ ਤੂੰ ਸ਼ੀਸ਼ੇ ਨਾਲ ਗੁੱਸੇ ਹੋ ਗਿਆ। ਸ਼ੀਸ਼ੇ ਨਾਲ ਗੁੱਸੇ ਨਾ ਹੋ ਸਕੇ ਤਾਂ ਆਪਣੇ ਚਿਹਰਾ ਬਦਲ, ਚਿਹਰੇ ਦੀ ਗਰਦਨ ਸਾਫ਼ ਕਰ, ਚਿਹਰੇ ਦੀ ਗਰਦ ਸਾਫ਼ ਕਰ, ਗਰਦ ਹੁੰਦਾ ਜੋ ਉਹਦੇ ਉੱਪਰ ਮਤਲਬ ਕਿ ਮਿੱਟੀ ਧੂੜ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਚਿਹਰੇ ਦੇ ਦਾਗ ਤੋਂ ਸ਼ੀਸ਼ੇ ਨਾਲ ਖਫਾ ਨਾ ਹੋ। ਪਰ ਕੀ ਸ਼ੀਸ਼ਾ ਹਮੇਸ਼ਾ ਸੱਚ ਬੋਲਦਾ ਹੈ? ਹਾਂ, ਰਾਹਤ ਇੰਦੌਰੀ ਸਾਹਿਬ ਤਾਂ ਇਹੀ ਲਿਖਦੇ ਹਨ, ਚਾਹੇ ਸੋਨੇ ਦੇ ਫਰੇਮ ਮੇ ਜੜ ਦੋ, ਆਇਨਾ ਝੂਠ ਬੋਲਤਾ ਹੀ ਨਹੀਂ। ਪਰ ਰਾਹਤ ਇੰਦੌਰੀ ਸਾਹਿਬ ਨੇ ਸ਼ਾਇਦ ਕਦੀ ਉਹ ਵਿਕ੍ਰਿਤ ਸ਼ੀਸ਼ੇ ਨਹੀਂ ਦੇਖੇ ਜਿਹੜੇ ਤੁਹਾਡੀ ਸ਼ਕਲ ਤੁਹਾਨੂੰ ਅਜੀਬੋ ਗਰੀਬ ਬਣਾ ਕੇ ਦਿਖਾਉਂਦੇ ਹਨ। ਸੋ ਮੈਂ ਤੈਨੂੰ ਕਹਿਣਾ ਚਾਹੁੰਦਾ ਹਾਂ, ਹਰ ਵਾਰੀ ਮੈਲਾ ਜਾਣ ਕੇ ਤੂੰ ਕਿਉਂ ਆਪਣੇ ਹੀ ਮੁੱਖ ਨੋਚ ਲਿਆ। ਸ਼ੀਸ਼ੇ ਵੀ ਮੈਲੇ ਹੁੰਦੇ ਨੇ, ਪਾਣੀ ਵੀ ਗੰਦਲੇ ਹੁੰਦੇ ਨੇ, ਅਤੇ ਇਹ ਵੀ ਕਿਸੇ ਵੀ ਸ਼ੀਸ਼ੇ 'ਚ ਅਕਸ਼ ਆਪਣਾ ਗੰਦਲਦਾ ਤੱਕ ਨਾ ਉਦਾਸ ਹੋਵੀਂ, ਸਜਨ ਦੀ ਨਿਰਮਲ ਨਜ਼ਰ ਨਾ ਹਰਦਮ, ਤੂੰ ਧਿਆਨ ਆਪਣੇ ਨੂੰ ਲੀਨ ਰੱਖੀਂ। ਕਿਸੇ ਨੂੰ ਮਾਰਨ ਦਾ ਢੰਗ ਇਹ ਵੀ ਕਿ ਸ਼ੀਸ਼ਿਆਂ ਦਾ ਵਕਾਰ ਪਾਓ ਅਤੇ ਸ਼ਖਸ਼ੋ ਪਹਿਲਾਂ ਹੀ ਅਕਸ਼ ਮਾਰੋ। ਸੋ ਖੁਦ 'ਤੇ ਯਕੀਨ ਰੱਖੀਂ। ਮੈਂ ਇਸ ਵਾਰ ਫਿਰ ਕੀਟਸ ਦੀ ਮੌਤ ਬਾਰੇ ਕਹੀ ਬਾਈਬੰਦੀ ਗੱਲ ਦੁਹਰਾਉਣੀ ਚਾਹੁੰਦਾ ਹਾਂ। ਹੈਰਾਨੀ ਦੀ ਗੱਲ ਹੈ ਕਿ ਕੀਟਸ ਵਰਗੀ ਅੱਗ ਕਿਸੇ ਦੇ 4 ਲਫ਼ਜ਼ਾਂ ਨਾਲ ਆਪਣੇ ਆਪ ਨੂੰ ਕੁਝ ਬੁਝਾ ਦੇਵੇ। ਸੋ ਇਸ ਵਿੱਚ ਜੋ ਲੇਖਕ ਨੇ ਆਪਦਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ ਪੱਛਮੀ ਕਵੀਆਂ ਦੀਆਂ ਉਦਾਹਰਨਾਂ ਦੇ ਕੇ, ਵੀ ਜਦੋਂ ਅਸੀਂ ਲਿਖਦੇ ਹਾਂ ਜਾਂ ਅਸੀਂ ਕਿਸੇ ਕੰਮ ਨੂੰ ਕਰਦੇ ਹਾਂ ਤਾਂ ਉਹਦੇ 'ਤੇ ਬਹੁਤ ਟਿੱਪਣੀਆਂ ਵੀ ਹੁੰਦੀਆਂ, ਉਹਦੇ 'ਤੇ ਬਹੁਤ ਗੱਲਾਂ ਵੀ ਹੁੰਦੀਆਂ, ਪਰ ਸਾਨੂੰ ਇਹ ਚੀਜ਼ਾਂ ਸਮਝ ਕੇ ਆਪਦੇ ਆਪ ਨੂੰ ਪਿੱਛੇ ਨਹੀਂ ਕਰਨਾ ਚਾਹੀਦਾ, ਤਾਂ ਜੋ ਸਾਨੂੰ ਅੱਗੇ ਆਉਣਾ ਚਾਹੀਦਾ। ਕਿਉਂਕਿ ਇੱਕ ਸਾਨੂੰ ਜ਼ਿੰਦਗੀ ਦੇ ਵਿੱਚ ਇੱਕ ਸ਼ੀਸ਼ਾ ਹੈ, ਜਦੋਂ ਅਸੀਂ ਸ਼ੀਸ਼ੇ ਵੱਲ ਤੱਕਦੇ ਹਾਂ ਤਾਂ ਉਹਦੇ ਵਿੱਚ ਵੀ ਸਾਨੂੰ ਆਪਦੀ ਤਸਵੀਰ ਜਿਹੜੀ ਦਿਖਦੀ ਹੈ, ਤਾਂ ਉਹਦੇ ਤੋਂ ਸਾਨੂੰ ਉਹ ਨਹੀਂ ਹੋਣਾ ਚਾਹੀਦਾ, ਸਗੋਂ ਆਪਦੇ ਆਪ ਨੂੰ ਸੰਵਾਰਨਾ ਚਾਹੀਦਾ। ਤਾਂ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਵੀ ਹਿੰਮਤ ਨਾ ਹਾਰੋ ਜਾਂ ਨਿਰਾਸ਼ਾ ਵੱਲ ਨਾ ਜਾਵੋ। ਤਾਂ ਜੇਕਰ ਜ਼ਿੰਦਗੀ ਦੇ ਵਿੱਚ ਤੁਸੀਂ ਕਿਸੇ ਚੀਜ਼ ਤੋਂ ਡਰ ਜਾਓਗੇ ਤਾਂ ਉਹਦਾ ਜਿਹੜਾ ਮਤਲਬ ਆਪਾਂ ਅੰਤ ਤੋਂ ਬੁਰਾ ਹੁੰਦਾ, ਜਿਵੇਂ ਕੀਟਸ ਨਾਲ ਹੋਇਆ। ਬਹੁਤ ਛੋਟੀ ਉਮਰ ਦੇ ਵਿੱਚ ਉਹ ਦੁਨੀਆ ਤੋਂ ਚਲਾ ਗਿਆ ਕਿਉਂਕਿ ਲੋਕਾਂ ਨੇ ਉਹਦੇ ਬਾਰੇ ਜੋ ਲਿਖਿਆ, ਗਲਤ ਲਿਖਿਆ, ਨਿਰਾਦਰ ਕੀਤਾ, ਤਾਂ ਜਿਹਨੇ ਉਹਨੂੰ ਬਹੁਤ ਪ੍ਰਭਾਵਿਤ ਕੀਤਾ। ਤਾਂ ਇਹਦੇ ਵਿੱਚ ਬਾਇਰਨ ਵਰਗੀਆਂ ਸ਼ਖਸੀਅਤਾਂ ਦੀ ਉਦਾਹਰਨ ਦੇ ਕੇ ਸਾਨੂੰ ਦੱਸਿਆ ਵੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਲੋਕ ਚੰਗਾ ਵੀ ਕਹਿੰਦੇ ਆ ਅਤੇ ਬਹੁਤ ਮਾੜਾ ਵੀ ਕਹਿੰਦੇ ਆ, ਤਾਂ ਆਪਦੇ ਆਪ ਨੂੰ ਹੋਰ ਨਿਖਾਰੋ, ਕਿਸੇ ਦੀ ਪਰਵਾਹ ਨਾ ਕਰੋ, ਕਿਉਂਕਿ ਦੁਨੀਆ ਦੇ ਵਿੱਚ ਬਹੁਤ ਇਹੋ ਜਿਹੇ ਲੋਕ ਨੇ ਜੋ ਤੁਹਾਨੂੰ ਅੱਗੇ ਵਧਣ ਤੋਂ ਰੋਕਦੇ ਨੇ, ਪਰ ਜੇ ਤੁਸੀਂ ਰੁਕ ਜਾਓਗੇ ਤਾਂ ਉੱਥੇ ਤੁਹਾਡਾ ਹੀ ਨੁਕਸਾਨ ਹੈ। ਸੋ ਜ਼ਿੰਦਗੀ ਦੇ ਵਿੱਚ ਨਿਰੰਤਰ ਅੱਗੇ ਆਪਦੀਆਂ ਕਮੀਆਂ ਨੂੰ ਪਛਾਣੋ ਅਤੇ ਅੱਗੇ ਵੱਧਦੇ ਰਹਿਣਾ ਚਾਹੀਦਾ ਸਾਨੂੰ। ਧੰਨਵਾਦ।